2 दिन पहला पिक्चर कि एक क्रिश्चन पादरी पैस्टर जिन्हों कहते हैं कि भी वो सिख बच्चे ने 2 उन्होंने पटके बन्ने हुए ने, हथ भी कड़ा पाया हुआ है, वो क्रॉस उन्होंने मत्थे नाल ला के हुण उहदे च कोई समा स्थान नहीं है कि कित्थे है, कौन है, की है। हुण मुसलमानां नूं तां उन्होंने डायरैक्ट खुद टारगेट बीजेपी ਜਾਂ ਹਿੰਦੂ ਤਵੀਆਂ ਨੇ ਕੀਤਾ ਹੋਇਆ ਹੈ। ਉਹ ਚਾਹੁੰਦੇ ਨੇ ਕਿ ਵੀ ਔਰ ਪੰਜਾਬ 'ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਮਲੇਰਕੋਟਲੇ ਵਿਚਲੇ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਖਿਲਾਫ ਭੜਕਾਇਆ ਜਾਏ, ਇੱਦਾਂ ਦੀਆਂ ਹਰਕਤਾਂ ਵੀ ਕਰਵਾਈਆਂ, ਪਰ ਉਹ ਸੌਦਾ ਵਿਕਿਆ ਨਹੀਂ। ਹੁਣ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਈਸਾਈਆਂ ਦੇ ਮਗਰ ਪਾਓ। ਕਰਨਜੀਤ ਕੌਰ ਹੋਰਾਂ ਦਾ ਰਾਈਟ ਅਪ ਹੈ, ਉਹਨਾਂ ਨੇ ਕਿਹਾ ਜਦੋਂ ਮੈਂ ਇਹ ਤਸਵੀਰ ਦੇਖੀ ਤੇ ਮੇਰਾ ਵੀ ਪਹਿਲਾ ਰਿਐਕਸ਼ਨ ਗੁੱਸੇ ਭਰਿਆ ਸੀ। ਦਰਸ਼ਕ ਦੇਖ ਸਕਦੇ ਨੇ ਜੀ, ਦੇਖ ਰਹੇ ਨੇ ਕਿ ਸਾਡੀਆਂ ਸਿੱਖ ਸੰਸਥਾਵਾਂ ਸਿੱਖੀ ਨੂੰ ਬਚਾਉਣ ਲਈ ਕਿਉਂ ਕੁਛ ਨਹੀਂ ਕਰ ਰਹੀਆਂ। ਸਾਡੇ ਆਪਣੇ ਦੇਸ਼ ਪੰਜਾਬ ਵਿੱਚ ਉਹਨਾਂ ਦੇ ਨੱਕ ਥੱਲੇ ਸਾਰਾ ਕੁਝ ਹੋ ਰਿਹਾ ਕਿ ਉੱਥੇ ਤਾਂ ਆਰਐਸਐਸ ਦਾ ਕਬਜ਼ਾ ਹੈ, ਨਾਲੇ ਪੰਜਾਬ ਦੇ ਅੱਧੇ ਤੋਂ ਵੱਧ ਸਿੱਖ ਬੱਚਿਆਂ ਦੇ ਕੇਸ ਕਤਲ ਕੀਤੇ ਹੋਏ ਨੇ। ਕੀ ਕਿਸੇ ਘੋਣ-ਮੋਣ ਬੰਦੇ ਦੇ ਈਸਾਈ ਧਰਮ ਵਿੱਚ ਜਾਂਦੇ ਦੀ ਤਸਵੀਰ ਨੇ ਵੀ ਮੇਰੇ ਮਨ ਤੇ ਇੰਨਾ ਜ਼ਿਆਦਾ ਅਸਰ ਕਰਨਾ ਸੀ? ਜਿਹੜੇ ਬੱਚਿਆਂ ਨੇ ਪਟਕੇ ਬੰਨੇ ਨੇ ਉਹਨਾਂ ਦੇ ਮਾਪਿਆਂ ਦੇ ਮਨ ਵਿੱਚ ਸਿੱਖੀ ਲਈ ਕੋਈ ਤਾਂ ਆਸਥਾ ਹੋਵੇਗੀ ਕਿ ਨਹੀਂ, ਤਾਂ ਹੀ ਕੇਸ ਰੱਖੇ ਹੋਏ ਨੇ। ਜੇ ਧਰਮ ਬਦਲਣਾ ਹੀ ਸੀ ਤਾਂ ਪਹਿਲਾਂ ਕੇਸ ਕਿਉਂ ਨਹੀਂ ਕੱਟੇ? ਸੋ ਇਸ ਸਭ ਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ, ਕੌਣ ਹੋ ਸਕਦਾ ਇਹਨਾਂ ਦੇ ਬਿਹਾਈਂਡ? ਕਿਉਂ ਪਿਛਲੇ ਕੁਝ ਕੁ ਦਿਨਾਂ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਵਿੱਚ ਇੱਕ ਪਿਕਚਰ ਕਾਫੀ ਵਾਇਰਲ ਹੋਈ, ਜਿਸ ਵਿੱਚ ਇੱਕ ਈਸਾਈ ਪਾਦਰੀ ਸਿੱਖ ਬੱਚਿਆਂ ਦੇ ਮੱਥੇ ਨੂੰ ਕ੍ਰੋਸ ਨਾਲ ਟੱਚ ਕਰਕੇ ਪ੍ਰੇ ਕਰ ਰਿਹਾ ਹੈ। ਕੀ ਸੱਚਮੁੱਚ ਪੰਜਾਬ ਵਿੱਚ ਕ੍ਰਿਸਚੀਅਨਜ਼ ਵੱਲੋਂ ਸਿੱਖਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ, ਜਾਂ ਇਹ ਆਰਐਸਐਸ ਦੀ ਖਤਰਨਾਕ ਖੇਡ ਦਾ ਹਿੱਸਾ ਹੈ? ਕਿਉਂਕਿ ਇਸ ਪਿਕਚਰ ਵਿੱਚ ਕਿਸੇ ਸਮੇਂ ਅਤੇ ਅਸਥਾਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ, ਆਲ ਆਊਟ ਵਾਰ, ਔਰ ਉਹਦੇ 'ਚ ਕੱਲਾ ਜੈਨੋਸਾਈਡ ਫਿਜ਼ੀਕਲ ਤੱਕ ਮਹਿਦੂਦ ਨਹੀਂ ਹੁੰਦਾ। ਹੁਣ ਤਾਂ ਅਸੀਂ ਸਟੈਟਿਸਟੀਕਲ ਵੀ ਦੇਖਦੇ ਹਾਂ, ਹਿਸਟੋਰੀਕਲੀ ਵੀ, ਡੈਮੋਗ੍ਰਾਫੀ ਚੇਂਜ ਕਰ ਦੇਣਾ, ਜਾਂ ਇਕਨੋਮਿਕਲ ਜੈਨੋਸਾਈਡ ਜਿਹੜਾ ਵੱਡਾ ਹਿੱਸਾ ਹੁੰਦਾ ਵੀ ਤੁਸੀਂ ਡਿਪਰਾਈਵ ਕਰ ਦਿਓ ਇੰਪਲੋਇਮੈਂਟ ਓਪਰਚੁਨਿਟੀਜ਼, ਔਰ ਉਹਨਾਂ ਦੇ ਨੂੰ ਜਿਹੜਾ ਇਸ ਪਾਸੇ ਕਰ ਦਿਓ ਵੀ ਉਹਨਾਂ ਦੇ ਕੋਲ ਸਰਵਾਈਵਲ ਨਾ ਹੋਏ ਔਰ ਉਹ ਮਾਈਗ੍ਰੇਟ ਕਰਨ। ਉਹ ਦੋਨੋਂ ਇਕਨੋਮਿਕਲ ਜੈਨੋਸਾਈਡ ਔਰ ਜਿਹੜਾ ਉਹ ਡੈਮੋਗ੍ਰਾਫਿਕ ਚੇਂਜ ਉਹ ਜੁੜ ਜਾਂਦੀਆਂ ਨੇ। ਪਰ ਇੱਕ ਪਾਰਟ ਜਿਹੜਾ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਬੜੇ ਸਿਸਟਮੈਟਿਕ ਤਰੀਕੇ ਨਾਲ ਸਿੱਖ ਹਿਸਟੋਰੀਕਲ ਗੁਰਦੁਆਰਿਆਂ ਨੂੰ, ਜਿਨ੍ਹਾਂ ਦੇ ਵਿੱਚ ਅਸੀਂ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਸਾਹਿਬ ਦਾ ਹਰਿਦੁਆਰ 'ਚ ਜ਼ਿਕਰ ਕਰਦੇ ਹਾਂ, ਗੁਰਦੁਆਰਾ ਡੋਂਗਮਾਰ ਸਿੱਕਮ ਦੇ ਵਿੱਚ, ਔਰ ਇਸੇ ਤਰ੍ਹਾਂ ਮੰਗੂ ਮੱਠ ਜਗਨਨਾਥਪੁਰੀ ਉੜੀਸਾ 'ਚ, ਔਰ ਅੱਜ ਇੱਕ ਖਬਰ ਈਵਨ ਕਸ਼ਮੀਰ ਦੇ ਹਵਾਲੇ ਨਾਲ ਵੀ ਬੜੀ ਡੀਟੇਲ ਦੇ ਵਿੱਚ ਸੀ ਕਿ ਬਈ ਇਹਨੂੰ ਅਸੀਂ ਫਿਰ ਵੀ ਡਿਸਕਸ ਕਰਾਂਗੇ ਕਿ ਕਸ਼ਮੀਰ 'ਚ ਸਿੱਖਾਂ ਦੇ ਧਾਰਮਿਕ ਸਥਾਨਾਂ 'ਤੇ ਹਿੰਦੂਵਾਦੀਆਂ ਦੇ ਕਬਜ਼ੇ, ਪਰ ਸਿੱਖ ਚੁੱਪ ਕਿਉਂ? ਇਹ ਮਟਨ ਸਾਹਿਬ ਜਿਸ ਨੂੰ ਸਿੱਖ ਕਹਿੰਦੇ ਨੇ, ਉਹ ਕਿਵੇਂ ਉਹਨੂੰ ਉਹਨਾਂ ਨੇ ਮੰਦਿਰ 'ਚ ਕਨਵਰਟ ਕਰਕੇ ਸੁਪਰੀਮ ਕੋਰਟ 'ਚੋਂ ਵੀ ਫੈਸਲਾ ਇਸ ਹੱਕ 'ਚ ਲੈ ਲਿਆ, ਔਰ ਇਸ ਦੇ ਉੱਤੇ ਬੀਬੀ ਸਰਬਜੀਤ ਕੌਰ ਉਹਨਾਂ ਦੀ ਲਿਖਤ ਹੈ। ਇਹਨੂੰ ਅਸੀਂ ਹੋਰ ਮੈਂ ਥੋੜੀ ਰਿਸਰਚ ਕਰਨਾ ਚਾਹਾਂਗਾ, ਫਿਰ ਇਸ ਦਾ ਅਸੀਂ ਡਿਸਕਸ ਵੀ ਕਰਾਂਗੇ। ਪਰ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਵੀ ਪਹਿਲਾਂ ਤਾਂ ਸਿੱਖਾਂ ਨੂੰ ਉਹਨਾਂ ਨੇ ਮੁਸਲਮਾਨਾਂ ਦੇ ਅਗੇਂਸਟ 47 ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਬਣਾਇਆ ਔਰ ਕਿ ਭੁਗਤਾਇਆ ਜਾਏ, ਕਸ਼ਮੀਰ ਦੇ ਮੁੱਦੇ ਤੇ ਜਿਹੜੀ ਇੱਕ ਅੰਡਰਸਟੈਂਡਿੰਗ ਕ੍ਰੀਏਟ ਹੋਈ ਉਹਨੂੰ ਡਿਸਟਰੋਏ ਕਰਨ ਲਈ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਝ ਘਟਨਾਵਾਂ ਜਿਹੜੀਆਂ ਇੱਕ ਸਾਂਝੀ ਥਾਂ ਤੇ ਵਾਪਰਦੀਆਂ ਨੇ ਉਹਨਾਂ ਨੂੰ ਕੀ ਰੰਗਤ ਦਿੱਤੀ ਗਈ, ਔਰ ਉਹਦਾ ਕੀ ਮੁੜ ਕੇ ਕਿਵੇਂ ਉਹ ਬਿਲਕੁਲ ਜਿਹੜਾ ਉਹ ਸੋਡੇ ਦੀ ਝੱਗ ਵਾਂਗ ਬਹਿਣ ਵਾਲੀ ਗੱਲ ਵੀ ਹੁੰਦੀ ਹੈ। ਲੇਕਿਨ ਉਹਨਾਂ ਕੁ ਨਫ਼ਰਤ ਫੈਲਾ ਕੇ ਉਹਨਾਂ ਨੇ ਇਸ ਕਿਸਮ ਦਾ, ਇਹੀ ਗੱਲ ਅਸੀਂ ਹੁਣ ਤਾਲਿਬਾਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਕਿਵੇਂ ਇੱਕ ਪੂਰਾ ਵਨ ਸਾਈਡਡ ਪ੍ਰੋਪੇਗੈਂਡਾ ਚੱਲ ਰਿਹਾ, ਔਰ ਜਿਹੜੇ ਲੋਕ ਥੋੜ੍ਹੇ ਬਹੁਤ ਤਾਰੀਫ ਕਰਦੇ ਨੇ ਬਹਾਦਰੀ ਦੀ ਕਿ ਦੇਖੋ ਜੀ ਇਹ ਉਹਨਾਂ ਨੂੰ ਕਿ ਜੀ ਇਹ ਵੀ ਜਿਹੜੇ ਨੇ ਰਲੇ ਹੋਏ ਨੇ ਇਹ ਉਹ। ਲੇਕਿਨ ਇਸ ਸਾਰੇ ਐਂਗਲ 'ਚ ਜਦੋਂ ਇਹ ਚੱਲ ਰਿਹਾ ਹੈ, ਇੱਕ ਪਾਸੇ ਗੁਰਦੁਆਰਿਆਂ ਤੇ ਕਬਜ਼ੇ ਦੀ ਲਾਈਨ ਬਰਾਬਰ ਹੈ। ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਨਤੀਜਿਆਂ ਨੂੰ ਲੈ ਕੇ ਬਹੁਤ ਸਾਰੇ ਪੁੱਠੇ ਸਿੱਧੇ ਜੰਪ ਕਰ ਰਹੇ ਨੇ। ਪਹਿਲਾਂ ਇਹ ਦੇਖੋ ਕਿ ਵੀ ਕੁੱਲ ਜਿੰਨੀਆਂ ਕੁ ਵੋਟਾਂ ਬਣਦੀਆਂ ਨੇ
ਉਹਨਾਂ 'ਚ ਵੀ ਸਿਰਫ 32-33% ਵੋਟਿੰਗ ਹੁੰਦੀ ਹੈ। ਅੱਛਾ। ਔਰ ਇਹ ਪਹਿਲੇ ਦਿਨ ਤੋਂ ਹੀ ਜਦੋਂ ਇਹ ਚੱਲ ਰਿਹਾ ਸੀ, ਮੈਂ ਕਿਹਾ ਮਨਜਿੰਦਰ ਸਿਰਸੇ ਨੇ ਹਿੰਦੂ ਤਵੀਆਂ ਦੀ ਇੰਨੀ ਖਿਦਮਤ ਕਰ ਦਿੱਤੀ ਹੈ ਕਿ ਉਹਨੂੰ ਉਹ ਆਊਟ ਆਫ ਪਾਵਰ ਨਹੀਂ ਹੋਣ ਦੇਣਗੇ, ਨੋ ਮੈਟਰ ਉਹ ਕੀ ਕਰਨ। ਉਹਨਾਂ ਨੇ ਤੁਸੀਂ ਟਾਈਮਿੰਗ ਦੇਖੋ ਕਿ ਕਿਸ ਕਿਸਮ ਦੀ ਚੁਣੀ, ਰੱਖੜੀ ਦਾ ਦਿਨ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਦਿਨ ਉੱਥੇ ਰਹਿੰਦੇ ਆ ਲੋਕ, ਬਾਜ਼ਾਰ ਦੂਜੇ ਤੀਜੇ, ਉਹ ਵੋਟਾਂ ਵਾਲਾ ਮਾਹੌਲ ਹੀ ਨਹੀਂ ਹੁੰਦਾ। ਫਿਰ ਜਿਸ ਅੰਦਾਜ਼ 'ਚ ਉਹਨਾਂ ਨੇ ਜੇ 36-37% ਸਿੱਖ ਵੋਟ ਪਾਉਣ ਨਿਕਲਦੇ ਨੇ, ਔਰ ਜਿਹੜਾ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਜਿਹੜਾ ਹੈ ਉਹ ਮੈਜੋਰਿਟੀ ਕੀ 2/3 ਦੇ ਨੇੜੇ ਉਹਨਾਂ ਦੀ ਇਹ ਨਹੀਂ ਹੈ ਵੀ ਦਿਲਚਸਪੀ ਹੈ, ਉਹਨਾਂ ਨੂੰ ਪਤਾ ਹੈ ਵੀ ਰਿਜ਼ਲਟ ਕੀ ਹੋਣਾ, ਕਿ ਇਹ ਤਾਂ ਇਨ ਦਾ ਐਂਡ ਇਵੇਂ ਹੀ ਹੋਣਾ। ਔਰ ਉਹੀ ਗੱਲ ਹੋਈ ਕਿ ਜੀ ਬਾਦਲ ਦਾ ਜਿੱਤ ਗਿਆ, ਮੈਜੋਰਿਟੀ ਇੰਨੀਆਂ 68 ਚੋਂ ਇੰਨੀਆਂ ਉਹਨੂੰ ਮਿਲ ਗਈਆਂ, ਸਿਰਸਾ ਹਾਰ ਗਿਆ ਆਪਣੀ ਸੀਟ। ਪਰ ਨਾਲ ਦੀ ਨਾਲ ਸੁਖਬੀਰ ਬਾਦਲ ਨੇ ਕਿਹਾ ਜੀ ਮੈਂ ਉਹ ਜਿਹੜਾ ਨੋਮੀਨੇਟਿੰਗ ਕੋਟਾ ਉਹਨੂੰ ਬਣਾ ਰਿਹਾ। ਮਤਲਬ ਇਹ ਹੈ ਕਿ ਇਹ ਦੱਸਣ ਲਈ ਕਿ ਇਲੈਕਸ਼ਨ ਫੇਅਰ ਹੋਈ, ਉਹਨੂੰ ਹਰਾਣਾ ਵੀ ਜ਼ਰੂਰੀ ਸੀ, ਅਦਰਵਾਈਜ਼ ਤਾਂ ਹੁਣ ਸਾਡੇ ਜਿਹੜੇ ਰਿਪੋਰਟਰ ਜਾਂ ਉੱਥੇ ਨੇ ਉਹ ਕਹਿੰਦੇ ਨੇ ਉਹ ਤੋਂ ਬੈਲਟਸ ਉਹ ਬਾਕਸ ਹੀ ਚੁੱਕ ਲਿਆ ਉਹਨਾਂ ਨੇ ਔਰ ਨਵੇਂ ਰੱਖਤੇ ਜਿਵੇਂ ਉਹਨਾਂ ਨੇ, ਕਿਉਂਕਿ ਅਖੀਰਲੀ ਸਟੇਜ ਤੇ ਵੀ ਔਰ ਇਹ 40 ਅੰਡਰਸਟੈਂਡਿੰਗ ਨਾਲ ਰਹੇ ਨੇ। ਸੋ ਦਿੱਲੀ ਕਮੇਟੀ ਤੇ ਕਬਜ਼ਾ ਕਰਵਾਉਣ ਤੋਂ ਬਾਅਦ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਵੀ ਲੈ ਕੇ ਕਈ ਸਾਡੇ ਬੜੇ ਹੋਪਫੁਲ ਹੁੰਦੇ ਨੇ ਜੀ ਹੁਣ ਬਾਦਲਾਂ ਦਾ ਥੱਲਾ ਕੁਝ ਨਹੀਂ ਹੈ, ਇਹ ਸਾਰੇ ਏਜੰਸੀਆਂ ਦੀ ਖੇਡ ਹੈ, ਉਹਨਾਂ ਦੇ ਨਾਲ ਲੱਗੇ ਹੋਏ ਨੇ। ਪਰ ਹੁਣ ਇੱਕ ਪਾਸੇ ਮੁਸਲਮਾਨ ਫੈਕਟਰ ਤਾਲਿਬਾਨ ਦੇ ਹਵਾਲੇ ਨਾਲ ਖੜਾ ਕੀਤਾ ਹੈ, ਇੱਕ ਪਾਸੇ ਇਨਰ ਪਾਰਟ। ਫਿਰ ਅਸੀਂ ਦੇਖਦੇ ਹਾਂ ਕਿ ਵਿਦਨ ਸੋਸ਼ਲ ਮੀਡੀਆ ਤੇ ਇਸ ਕਿਸਮ ਦੀਆਂ ਘਟਨਾਵਾਂ ਕਿ ਜੀ ਇੱਕ ਜਿਹੜਾ ਉਹ ਢੱਡਰੀਆਂ ਦਾ ਚੇਲਾ ਸੀ ਉਹ ਲਾਈਵ ਹੋ ਕੇ ਕੇਸ ਕਤਲ ਕਰ ਰਿਹਾ, ਉਹਨੂੰ ਇੰਨਾ ਜਿਹੜਾ ਉਹ ਨੈਗੇਟਿਵਿਟੀ ਉਸ ਦੇ ਦੁਆਲੇ ਜਿਹੜੀ ਹੁੰਦੀ ਔਰ ਤੁਸੀਂ ਉਹ ਦੇਖ ਨਹੀਂ ਸਕਦੇ ਤੁਸੀਂ ਉਹਨੂੰ ਕਿ ਬਈ ਉਹ ਕਿਵੇਂ ਪਰ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ। ਹੁਣ ਆਲ ਆਫ ਏ ਸਡਨ ਇੱਕ 2 ਦਿਨ ਪਹਿਲਾਂ ਪਿਕਚਰ ਕਿ ਇੱਕ ਕ੍ਰਿਸਚਨ ਪਾਦਰੀ ਪੈਸਟਰ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਸਿੱਖ ਬੱਚੇ ਨੇ, 2 ਉਹਨਾਂ ਦੇ ਪਟਕੇ ਬੰਨੇ ਹੋਏ ਨੇ, ਹੱਥ ਵੀ ਕੜਾ ਪਾਇਆ ਹੋਇਆ, ਉਹ ਕ੍ਰਾਸ ਉਹਨਾਂ ਦੇ ਮੱਥੇ ਨਾਲ ਲਾ ਕੇ। ਹੁਣ ਉਹਦੇ 'ਚ ਕੋਈ ਸਮਾਂ ਸਥਾਨ ਨਹੀਂ ਹੈ ਕਿ ਕਿੱਥੇ ਹੈ, ਇਹ ਕੌਣ ਹੈ, ਕੀ ਹੈ। ਔਰ ਇਸ ਦੇ ਉੱਤੇ ਈਵਨ ਸਾਡੇ ਭੈਣ ਜੀ ਕਿਰਨਜੀਤ ਕੌਰ ਜਿਹੜੇ ਬਹੁਤ ਉਹਨਾਂ ਦਾ ਵਾਈਜ਼ਰ ਆਬਜ਼ਰਵੇਸ਼ਨ ਹੁੰਦੀ ਹੈ, ਉਹ ਸਾਨੂੰ ਲਿਖਦੇ ਰਹਿੰਦੇ ਨੇ ਅਕਸਰ, ਉਹਨਾਂ ਦੀ ਇੱਕ ਲਿਖਤ ਦੇ ਵਿੱਚ ਹੀ ਮੈਂ ਜਿਹੜਾ ਇਸ ਸਵਾਲ ਦਾ ਜਵਾਬ ਦੇ ਦਿੰਦੇ ਜਿਹੜਾ ਕਿ ਅਸੀਂ ਇਸ ਸੈਗਮੈਂਟ ਦੇ ਵਿੱਚ ਪੁੱਛਿਆ ਕਿ ਕੀ ਭਾਈ ਇਹਦੇ ਪਿੱਛੇ ਕੀ ਹੋ ਸਕਦਾ ਹੈ। ਇਹ ਨਹੀਂ ਹੈ ਵੀ ਕਨਵਰਜਨਸ ਹੋ ਨਹੀਂ ਰਹੀਆਂ ਜਾਂ ਇਹ ਕਰਦੇ ਨਹੀਂ ਨੇ ਔਰ ਉਹਦੇ 'ਚ, ਲੇਕਿਨ ਜਿਸ ਪਾਰਟ ਨੂੰ ਹੁਣ ਮੁਸਲਮਾਨਾਂ ਨੂੰ ਤਾਂ ਉਹਨਾਂ ਨੇ ਡਾਇਰੈਕਟ ਖੁਦ ਟਾਰਗੇਟ ਬੀਜੇਪੀ ਜਾਂ ਹਿੰਦੂ ਤਵੀਆਂ ਨੇ ਕੀਤਾ ਹੋਇਆ, ਉਹ ਚਾਹੁੰਦੇ ਨੇ ਕਿ ਵੀ, ਔਰ ਪੰਜਾਬ 'ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਮਲੇਰਕੋਟਲੇ ਵਿਚਲੇ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਖਿਲਾਫ ਭੜਕਾਇਆ ਜਾਏ, ਇੱਦਾਂ ਦੀਆਂ ਹਰਕਤਾਂ ਵੀ ਕਰਵਾਈਆਂ, ਪਰ ਉਹ ਸੌਦਾ ਵਿਕਿਆ ਨਹੀਂ। ਹੁਣ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਈਸਾਈਆਂ ਦੇ ਮਗਰ ਪਾਓ, ਕਿਉਂਕਿ ਈਸਾਈ ਵੀ ਉਵੇਂ ਹੀ ਟਾਰਗੇਟ ਤੇ ਨੇ ਉਹਨਾਂ ਦੇ ਜਿਵੇਂ ਮੁਸਲਮਾਨ ਨੇ, ਲੇਕਿਨ ਉਹਨਾਂ ਨੇ ਕਿਹਾ ਜੀ 1 ਐਟ ਏ ਟਾਈਮ, ਨਾਲੇ ਉਹ ਤਾਂ ਵੈਸੇ ਹੀ ਬਹੁਤ ਸਾਰੇ ਜਿਹੜੇ ਨੇ ਉਹ ਇਹਨਾਂ ਦੀ ਘਬਰਾਹਟ 'ਚ ਰਹਿੰਦੇ ਨੇ। ਔਰ ਇਹ ਜਿਹੜੀ ਇਸ ਦੇ ਉੱਤੇ ਭੈਣ ਜੀ ਕਰਨਜੀਤ ਕੌਰ ਹੋਰਾਂ ਦਾ ਰਾਈਟ ਅਪ ਹੈ, ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਜਦੋਂ ਮੈਂ ਇਹ ਤਸਵੀਰ ਦੇਖੀ ਤੇ ਮੇਰਾ ਵੀ ਪਹਿਲਾ ਰਿਐਕਸ਼ਨ ਗੁੱਸੇ ਭਰਿਆ ਸੀ। ਦਰਸ਼ਕ ਦੇਖ ਸਕਦੇ ਨੇ ਕਿ ਸਾਡੀਆਂ ਸਿੱਖ ਸੰਸਥਾਵਾਂ ਸਿੱਖੀ ਨੂੰ ਬਚਾਉਣ ਲਈ ਕਿਉਂ ਕੁਝ ਨਹੀਂ ਕਰ ਰਹੀਆਂ। ਸਾਡੇ ਆਪਣੇ ਦੇਸ਼ ਪੰਜਾਬ ਵਿੱਚ ਉਹਨਾਂ ਦੇ ਨੱਕ ਥੱਲੇ ਸਾਰਾ ਕੁਝ ਹੋ ਰਿਹਾ। ਫਿਰ ਠੰਡੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਕਿ ਉੱਥੇ ਤਾਂ RSS ਦਾ ਕਬਜ਼ਾ ਹੈ, ਨਾਲੇ ਪੰਜਾਬ ਦੇ ਅੱਧੇ ਤੋਂ ਵੱਧ ਸਿੱਖ ਬੱਚਿਆਂ ਦੇ ਕੇਸ ਕਤਲ ਕੀਤੇ ਹੋਏ ਨੇ। ਕੀ ਕਿਸੇ ਘੋਣ-ਮੋਣ ਬੰਦੇ ਦੇ ਈਸਾਈ ਧਰਮ ਵਿੱਚ ਜਾਂਦੇ ਦੀ ਤਸਵੀਰ ਨੇ ਵੀ ਮੇਰੇ ਮਨ ਤੇ ਇੰਨਾ ਜ਼ਿਆਦਾ ਅਸਰ ਕਰਨਾ ਸੀ? ਜ਼ਾਹਰ ਹੈ ਕਿ ਨਹੀਂ ਹੁੰਦਾ। ਫਿਰ ਕਰਨਾ ਤਾਂ ਸੀ ਪਰ ਸ਼ਾਇਦ ਇੰਨਾ ਨਹੀਂ। ਜਿਹੜੇ ਬੱਚਿਆਂ ਨੇ ਪਟਕੇ ਬੰਨੇ ਨੇ ਉਹਨਾਂ ਦੇ ਮਾਪਿਆਂ ਦੇ ਮਨ ਵਿੱਚ ਸਿੱਖੀ ਲਈ ਕੋਈ ਤਾਂ ਆਸਥਾ ਹੋਵੇਗੀ ਕਿ ਨਹੀਂ, ਤਾਂ ਹੀ ਕੇਸ ਰੱਖੇ ਹੋਏ ਨੇ। ਜੇ ਧਰਮ ਬਦਲਣਾ ਹੀ ਸੀ ਤਾਂ ਪਹਿਲਾਂ ਕੇਸ ਕਿਉਂ ਨਹੀਂ ਕੱਟੇ? ਈਸਾਈ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਾਉਂਦੇ ਨੇ। ਮੈਨੂੰ ਇਹ ਬੱਚੇ ਕਿਸੇ ਗਰੀਬ ਘਰ ਦੇ ਵੀ ਨਹੀਂ ਲੱਗ ਰਹੇ, ਬੜੇ ਐਲੀਗੈਂਟਲੀ ਡਰੈਸਡ ਨੇ। ਸੋ ਇਸ ਸਭ ਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ? ਕੌਣ ਹੋ ਸਕਦਾ ਇਹਨਾਂ ਦੇ ਬਿਹਾਈਂਡ? ਕਿਉਂ ਪਿਛਲੇ ਕੁਝ ਕੁ ਦਿਨਾਂ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਵੱਲੋਂ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਦੇ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇਸ ਕਤਲ ਕਰਦਾ ਹੈ ਤੇ ਕਦੇ ਮਾਨ ਬੇਈਮਾਨ ਇੱਕ ਚਿਲਮਾ ਪੀਣੇ ਨੂੰ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਦੱਸਦਾ ਹੈ। ਤੇ ਅੱਜ ਇਹ ਤਸਵੀਰ ਸਾਹਮਣੇ ਆਈ ਹੈ, ਗੁਰਦਾਸ ਮਾਨ ਨੇ ਉਹ ਪੀਣ ਵਾਲੇ ਹੁੱਕਾ ਔਰ ਖੁਦ ਵੀ ਮੇਰੇ ਖਿਆਲ ਹੈ ਬੀੜੀਆਂ ਪੀਂਦਾ ਹੈ,
ਉਹਦੇ ਲਾਡੀ ਸ਼ਾਹ, ਉਹਨੂੰ ਗੁਰੂ ਅਮਰਦਾਸ ਜੀ ਦੀ ਭੱਲਾ ਭੱਲੇ ਅਮਰਦਾਸ ਗੁਣ ਤੇਰੇ, ਉਹ ਸਾਰੇ ਜਿਹੜੇ ਪ੍ਰਿਥੀ ਚੰਦੀਏ ਰਾਮ ਰਾਈਏ ਧੀਰ ਮਲੀਏ, ਇਹ ਵੀ ਤਾਂ ਬੇਦੀ ਸੋਢੀ ਗੁਰੂ ਸਾਹਿਬ ਦੇ ਆਪਣੇ ਵੰਸ਼ਜ ਜੀ ਸੀ। ਕਿੱਥੋਂ ਇਹ ਜਿਹੜਾ ਚਿਲਮਾ ਪੀਣ ਵਾਲਾ ਔਰ ਵਿਗੜਿਆ ਨਸ਼ੇੜੀ ਲਾਡੀ ਸ਼ਾਹ ਜਿਹੜਾ ਹੈ, ਉਹ ਗੁਰੂ ਅਮਰਦਾਸ ਦਾ ਅੰਸ਼ਵੰਸ਼ ਹੋ ਗਿਆ। ਸੋ ਉਹਦੇ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ ਤੇ ਅੱਜ ਉਹਨਾਂ ਨੇ ਕਿਹਾ ਕਿ ਕਦੇ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇਸ ਕਤਲ ਕਰਦਾ, ਕਦੇ ਮਾਨ ਬੇਈਮਾਨ, ਬਿਲਕੁਲ ਠੀਕ ਲਫ਼ਜ਼ ਕਿਹਾ, ਇੱਕ ਚਿਲਮਾ ਪੀਣੇ ਨੂੰ ਗੁਰੂ ਸਾਹਿਬ ਦੇ ਵੰਸ਼ ਤੋਂ ਦੱਸਦਾ ਹੈ। ਤੇ ਅੱਜ ਇਹ ਤਸਵੀਰ ਸਾਹਮਣੇ ਆਈ ਹੈ, ਕੌਣ ਹੈ ਇਹਨਾਂ ਦਾ ਮਾਸਟਰਮਾਈਂਡ, ਇਸ ਗੱਲ ਦੀ ਤਹਿ ਤੱਕ ਜਾਣ ਦੀ ਲੋੜ ਹੈ। ਔਰ ਅਖੀਰ ਚ ਉਹਨਾਂ ਨੇ ਉਹਦਾ ਹੀ ਜਵਾਬ ਦੇ ਦਿੱਤਾ, ਆਈ ਐਮ ਸ਼ੋਰ the trail of blood will lead us to RSS behind all this। ਕਿ ਵੀ ਜੇ ਤੁਸੀਂ ਟ੍ਰੇਲ ਆਫ ਬਲੱਡ ਦੇਖੋ ਕਿ ਕਿੱਥੋਂ ਆਇਆ ਕਾਤਲ, ਤੇ ਉਹ RSS ਦੇ ਨਾਗਪੁਰ ਦਫ਼ਤਰ 'ਚ ਹੀ ਜਾਏਗਾ। ਔਰ ਇਹ ਮੈਂ ਸਮਝਦਾ ਵੀ ਭੈਣ ਜੀ ਕਰਨਜੀਤ ਕੌਰ ਹੋਰਾਂ ਨੇ ਮੈਨੂੰ ਵੀ ਇਹ ਦੋਵੇਂ ਹੀ ਘਟਨਾਵਾਂ ਬਾਦਰ ਕਰ ਰਹੀਆਂ ਸੀ, ਔਰ ਮੈਂ ਡਿਸਕਸ ਵੀ ਨਹੀਂ ਸੀ ਕਰਨਾ ਚਾਹੁੰਦਾ। ਕਿਤੇ ਨਾ ਕਿਤੇ ਤਕਲੀਫ ਹੁੰਦੀ ਹੈ ਜਦੋਂ ਤੁਸੀਂ ਗੱਲ ਕਰਦੇ ਹੋ, ਪਰ ਜਦੋਂ ਮੈਂ ਭੈਣ ਦੀ ਕਰਨਜੀਤ ਕੌਰ ਉਹਨਾਂ ਦੀ ਲਿਖਤ ਦੇਖੀ ਤੇ ਮੈਨੂੰ ਲੱਗਿਆ ਕਿ ਵੀ ਇਹ ਬਿਲਕੁਲ ਠੀਕ ਉਹਨਾਂ ਨੇ ਜਿਹੜਾ ਹੈ ਉਹ ਇਸ਼ਾਰਾ ਕੀਤਾ ਵੀ ਅਸਲ ਇਸ ਦੇ ਪਿੱਛੇ ਕੌਣ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।